ਨਮਸਕਾਰ। ਸੁਪਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਿਤਿਸ਼ ਕੁਮਾਰ ਚੈਨਲ ਸਵਾਗਤ ਕਰਦਾ ਹਾਂ। ਅੱਜ ਆਪਾਂ ਗੱਲ ਕਰਨ ਲੱਗੇ ਹੈਗੇ ਆ, ਕਈ ਲੋਕਾਂ ਨੂੰ ਇੱਕ ਬੜੇ ਅੱਛੀ ਆਦਤ ਹੁੰਦੀ ਹੈ ਕਿ ਕਈ ਚਾਹ ਨਾਲ ਕਰਦੇ ਨੇ, ਕਈ ਰਾਤ ਨੂੰ ਸੌਣ ਵੇਲੇ ਕਰਦੇ ਨੇ। ਗੱਲ ਕਰਨ ਲੱਗੇ ਆਪਾਂ ਕਿਤਾਬਾਂ ਦੀ ਪੜ੍ਹਾਈ ਦੀ। ਬੇਸ਼ੱਕ ਇੰਟਰਨੈਟ ਦਾ ਜ਼ਮਾਨਾ ਆ ਗਿਆ ਹੈ, ਪਰ ਫਿਰ ਵੀ ਜੋ ਕਿਤਾਬ ਪੜ੍ਹ ਕੇ ਸਕੂਨ ਮਿਲਦਾ ਹੈ, ਕਈ ਲੋਕਾਂ ਨੂੰ ਆਦਤ ਹੁੰਦੀ ਹੈਗੀ ਹੈ ਅਤੇ ਕਿਤਾਬਾਂ ਪੜ੍ਹ ਕੇ ਇੱਕ ਆਨੰਦ ਮਿਲਦਾ ਹੈ ਜੋ ਉਹ ਕਿਤਾਬ ਦੇ ਵਿੱਚ ਹੀ ਆ, ਉਹਨੂੰ ਪੜ੍ਹ ਕੇ ਹੈ। ਅੱਜ ਸਾਡੇ ਨਾਲ ਇੱਕ ਲੇਖਕ ਨੇ, ਸਿਫਤ ਤੇਰੀ ਕਿਤਾਬ ਅੱਜ ਨਵੀਂ ਰਿਲੀਜ਼ ਕੀਤੀ ਗਈ ਹੈ। ਸਾਡੇ ਨਾਲ ਰਾਣਾ ਜੀ ਨੇ, ਜਿਹੜੇ ਇਹਨਾਂ ਦੇ ਲੇਖਕ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਾਣਾ ਜੀ, ਪਹਿਲੇ ਤਾਂ ਸਾਡੇ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਚੈਨਲ ਵਾਲਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਇੱਥੇ ਹਾਜ਼ਰੀ ਭਰਨ ਆਏ ਆ, ਅਤੇ ਮੈਂ ਹਮੇਸ਼ਾ ਹੀ ਇਹਨਾਂ ਦਾ ਰਿਣੀ ਰਵਾਂਗਾ ਔਰ ਹਮੇਸ਼ਾ ਹੀ ਇਹਨਾਂ ਦੀ ਮਦਦਗਾਰ ਵੀ ਬਣਾਂਗਾ ਕਿ ਇਸੇ ਤਰ੍ਹਾਂ ਹੀ ਚੈਨਲ ਦੇ ਨਾਲ ਸਾਡੇ ਨਾਲ ਜੁੜ ਕੇ ਔਰ ਕੰਮ ਕਰਦੇ ਰਹਿਣ ਔਰ ਇਹਨਾਂ ਦੇ ਨਾਲ ਅਸੀਂ ਵੀ ਸੁਭਾਵਿਕ ਔਰ ਵੱਡਮੁੱਲੀ ਗੱਲਾਂ ਬਾਤਾਂ ਆਪਣੀ ਜਨਤਾ ਤੱਕ ਪਹੁੰਚਾ ਸਕੇ। ਆਪਾਂ ਸ਼ੁਰੂਆਤ ਕਰਦੇ ਹਾਂ ਸਰ, ਸਿਫਤ ਤੇਰੀ। ਇਹ ਸ਼ੀਰਸ਼ਕ ਹੈਗਾ ਤੁਹਾਡੀ ਕਿਤਾਬ ਦਾ ਜੀ। ਕੀ ਇਹਦੇ ਮਾਇਨੇ ਕੀ ਹੈ? ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਇਹ ਸਿਫਤ ਤੇਰੀ ਕਿਤਾਬ ਦਾ ਥੀਮ ਕੀ ਬਣਿਆ? ਸਿਫਤ ਤੇਰੀ ਕਿਤਾਬ ਜੋ ਹੈ, ਇੱਕ ਗੁਰੂ ਨਾਨਕ ਦੇਵ ਜੀ ਦਾ ਇੱਕ ਇਸ਼ਾਰਾ ਸੀਗਾ, ਇੱਕ ਉਂਗਲ। ਇਸੇ ਤਰ੍ਹਾਂ ਉਹ ਉਂਗਲ ਉਹਨਾਂ ਨੇ ਕੀਤੀ ਸੀਗੀ, ਤਾਂ ਉਂਗਲ ਦਾ ਲੋਕਾਂ ਨੇ ਬਹੁਤ ਹੀ ਇਸ਼ਾਰਾ ਬਹੁਤ ਘੱਟ ਮਾਇਨਾ ਸਮਝਿਆ, ਲੇਕਿਨ ਹੌਲੀ ਹੌਲੀ ਉਹ ਜਿਹੜਾ ਇਸ਼ਾਰਾ ਹੈ ਨਾ, ਲੋਕਾਂ ਨੇ ਮਤਲਬ ਕਿ ਅਲੋਪ ਕਰਤਾ, ਗੁਪਤ ਕਰਤਾ। ਬਾਕੀ ਬਾਣੀ ਨੂੰ ਬਹੁਤ ਮਹਾਨਤਾ ਦੇ ਰਿਹਾ, ਫੋਟੋ ਨੂੰ ਬੜੀ ਮਹਾਨਤਾ ਦੇ ਰਿਹਾ। ਘਰ ਘਰ ਦੇ ਵਿੱਚ ਬਾਣੀ ਵੀ ਲੱਗੀ, ਫੋਟੋ ਵੀ ਲੱਗੀਆਂ ਹੋਈ ਬਾਣੀ ਦੀਆਂ ਔਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੀ ਲੱਗੀ ਹੋਈ ਆ, ਲੇਕਿਨ ਇਸ਼ਾਰਾ ਜਿਹੜਾ ਉਂਗਲ ਦਾ ਉਹ ਮੈਂ ਬਹੁਤ ਘੱਟ ਵੇਖਿਆ। ਇਸ ਕਰਕੇ ਉਹਨੂੰ ਜਾਗਰਿਤ ਕਰਨ ਵਾਸਤੇ, ਜਨਤਾ ਦੇ ਵਿੱਚ ਦੁਬਾਰਾ ਫਿਰ ਉਹਨੂੰ ਸ਼ਾਮਲ ਕਰਨ ਵਾਸਤੇ ਕਿ ਇਹ ਇੱਕ ਉਂਗਲ ਦਾ ਇਸ਼ਾਰਾ ਸਾਨੂੰ ਕੀ ਕਹਿ ਰਿਹਾ ਹੈ, ਤੋ ਉਹ ਵੀ ਇੱਕ ਸਿਫਤ ਜਿਹੜੀ ਹੈ ਨਾ, ਉਹ ਸਿਫਤ ਰਾਹੀਂ ਪਬਲਿਕ ਨੂੰ ਸਮਝਾਉਣਾ ਚਾਹੁੰਦਾ ਹੈ ਕਿ ਪਰਮਾਤਮਾ ਇੱਕ ਹੈ ਅਤੇ ਇਹ ਇਸ਼ਾਰਾ ਸਾਨੂੰ ਕੀ ਕਹਿ ਰਿਹਾ ਵਾ। ਉਹ ਇਸੇ ਕਰਕੇ ਉਹਨੂੰ ਜਨਤਾ ਤੱਕ ਮੇਰੀ ਆਵਾਜ਼ ਜਾਣੀ ਚਾਹੀਦੀ ਹੈ। ਔਰ ਕਿਤਾਬ ਦਾ ਨਾਂ ਵੀ ਮੈਂ ਸਿਫਤ ਤੇਰੀ ਤਾਂ ਹੀ ਰੱਖਿਆ ਕਿ ਇਸ਼ਾਰੇ ਨੂੰ ਜਾਗਰਿਤ ਕੀਤਾ ਜਾਵੇ। ਰਾਣਾ ਜੀ, ਜਿੱਥੇ ਗੁਰੂ ਨਾਨਕ ਦੇਵ ਜੀ ਦੀ ਗੱਲ ਆ ਗਈ ਹੈ, ਆਪਾਂ ਇਹਨੂੰ ਮੰਨ ਸਕਦੇ ਕੋਈ ਧਾਰਮਿਕ ਕਿਤਾਬ ਹੈ ਇਹ? ਕਿ ਕੀ ਇਹਦੇ ਕਿਤਾਬ ਦਾ ਮਤਲਬ ਕਿ ਮੇਨ ਮੋਟੋ ਕੀ ਹੈਗਾ? ਕਿਹੜੀ ਕੈਟੇਗਰੀ 'ਚ ਕਿਤਾਬ ਨੂੰ ਰੱਖਿਆ ਤੁਸੀਂ? ਇਹ ਸੂਫੀਆਨਾ ਹੈ, ਰੂਹਾਨੀਅਤ ਕਿਤਾਬ ਹੈ ਔਰ ਇਹਦੇ ਵਿੱਚ ਜਿੰਨੇ ਵੀ ਸ਼ਬਦ ਵਰਤੇ ਗਏ, ਕੁਛ ਜ਼ਿਆਦਾਤਰ ਜੋ ਹੈ ਉਹ ਨਾਥਾਂ ਬਾਰੇ ਵੀ ਹੈ ਔਰ ਮਸਤਾਂ ਬਾਰੇ ਵੀ ਹੈ। ਔਰ ਇਹ ਬਾਣੀ ਦੇ ਜੋ ਸੂਫੀਆਨਾ ਬਾਣੀ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਅਮਲ ਕਰਦੇ ਹਾਂ, ਉਹਦੇ ਬਾਰੇ ਵੀ ਇਹ ਤਿੰਨੇ ਚੀਜ਼ਾਂ ਮਤਲਬ ਕਿ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਿਤਾਬ ਦੇ ਵਿੱਚ। ਇਹ ਰਾਣਾ ਜੀ, ਇਹ ਤੁਹਾਡੀ ਪਹਿਲੀ ਕਿਤਾਬ ਹੈ ਕਿ ਤੁਸੀਂ ਪਹਿਲੇ ਵੀ ਲਿਖ ਚੁੱਕੇ ਤੁਸੀਂ ਕੋਈ ਕਿਤਾਬ? ਕਿਤਾਬਾਂ ਮੈਂ ਪਹਿਲੇ 10-12 ਜੋ ਹੈ ਉਹ ਇੱਕ ਸਾਂਝੇ ਕਾਵਿ ਸੰਗ੍ਰਹਿ, ਮੈਂ 12 ਕਿਤਾਬਾਂ ਦੇ ਵਿੱਚ ਸ਼ਾਮਲ ਹਾਂ, ਲੇਕਿਨ ਇਹ ਮੇਰੀ ਆਪਣੀ ਹੱਥਲੀ ਪਲੇਠੀ ਕਿਤਾਬ ਜਿਹੜੀ ਆ ਪਹਿਲੀ, ਇਹ ਮੇਰੀ ਆਪਣੀ ਹੈ। ਸੋ ਤੁਸੀਂ ਸੁਣਿਆ ਹੈਗਾ ਕਿ ਇੱਕ ਸੂਫੀ ਕਿਤਾਬ ਹੈਗੀ ਹੈ ਜਿਹਦੇ ਵਿੱਚ ਇਸ਼ਾਰਾ ਗੁਰੂ ਨਾਨਕ ਦੇਵ ਜੀ ਦੀ, ਇੱਕ ਜਿਹੜੀ ਆਪਾਂ ਬਹੁਤ ਲੋਕਾਂ ਨੇ ਦੇਖਿਆ ਕਿ ਸ਼ਾਇਦ ਸਾਡੇ ਬੱਚੇ ਇਸ ਤੋਂ ਵਾਕਫ ਨਾ ਹੋਣ ਕਿ ਗੁਰੂ ਨਾਨਕ ਦੇਵ ਜੀ ਇੱਕ ਉਂਗਲੀ ਦਾ ਇਸ਼ਾਰਾ ਕਰਦੇ ਨੇ, ਉਸ ਦੇ ਉੱਤੇ ਇਹਨਾਂ ਨੇ ਪੂਰਾ ਵੇਰਵਾ ਦਿੱਤਾ ਹੋਇਆ। ਰਾਣਾ ਜੀ, ਇੱਕ ਤੁਸੀਂ ਨਾਲ ਇੱਕ ਪੱਤਰਕਾਰ ਵੀ ਹੈਗੇ ਹੋ, ਕਿੱਦਾਂ ਤੁਹਾਡੇ ਮਨ 'ਚ ਆਇਆ ਹੈ ਕਿ ਮੈਂ ਕਿਤਾਬ ਲਿਖਾਂ ਔਰ ਕੋਈ ਹੋਰ ਜਿੱਦਾਂ ਅੱਜ ਕੱਲ੍ਹ ਚੱਲਦਾ ਹੈਗਾ ਕਿ ਕੋਈ ਕਹਾਣੀਆਂ ਲਿਖੀਆਂ ਜਾਣ, ਕੋਈ ਰੋਮਾਂਚਕ ਕਹਾਣੀਆਂ ਹੋਣ, ਤੁਸੀਂ ਸੂਫੀਆਨਾ ਵਾਲੇ ਪਾਸੇ ਨੂੰ ਕਿੱਦਾਂ ਚਲੇ ਗਏ? ਸੂਫੀਆਨਾ ਇਸ ਤਰ੍ਹਾਂ ਕਿ ਸਾਡੇ ਜਦੋਂ ਬਚਪਨ ਅਸੀਂ ਜਿੱਥੇ ਖੇਲਿਆ ਨਾ, ਸਾਡੇ ਚਾਚਾ ਜੀ ਜਿਹੜੇ ਆ ਨਾ, ਉਹ ਫੌਜ ਦੇ ਵਿੱਚੋਂ ਸੂਬੇਦਾਰ ਰਿਟਾਇਰ ਹੋ ਕੇ ਆਏ ਸੀਗੇ, ਤਾਂ ਉਹਨਾਂ ਨੇ ਨਾ ਮਤਲਬ ਕਿ ਅਚਾਨਕ ਹੀ ਬਿਆਸਾ ਤੋਂ ਆਪਣਾ ਨਾਮ ਲਿਆ ਅਤੇ ਉੱਥੋਂ ਕੁਛ ਕੈਸਟਾਂ ਲਿਆਂਦੀਆਂ ਅਤੇ ਕੁਛ ਕਿਤਾਬਾਂ ਲਿਆਂਦੀਆਂ। ਧਰਤੀ ਤੇ ਸਵਰਗ ਕਿਤਾਬ ਮੈਨੂੰ ਇੰਨੀ ਬੜੀ ਅੱਛੀ ਲੱਗੀ, ਉਹ ਪੜ੍ਹਦੇ ਵੀ ਹੁੰਦੇ ਸੀਗੇ, ਤਾਂ ਉਹਨਾਂ ਨੇ ਉਹ ਸੂਫੀਆਨਾ ਜਿਹੜੀਆਂ ਉਹ ਬਾਣੀ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹਦੇ ਵਿੱਚ ਸੂਫੀਆਨਾ ਮੈਂ ਸੁਣਨੀਆਂ, ਬੜੀਆਂ ਮੈਨੂੰ ਪ੍ਰਿਆ ਲੱਗਣੀਆਂ। ਫਿਰ ਮੇਰਾ ਜਨਮ ਵੀ ਕੁਛ ਐਸੇ ਹੀ ਸਥਾਨ 'ਤੇ ਹੋਇਆ ਹੈ ਗੁਰੂ ਨਾਨਕ ਦੇਵ ਜੀ ਦੇ, ਕਿ ਜਦੋਂ ਮੇਰੀ ਮਾਤਾ ਜੀ ਨਤਮਸਤਕ ਕਰ ਰਹੀ ਤਾਂ ਉਸ ਵਕਤ ਮੇਰੀ ਪੈਦਾਇਸ਼ ਹੈ ਔਰ ਉਹ ਨਾਨਕ ਮਤੇ ਦੀ ਹੈ। ਔਰ ਜਦੋਂ ਪਹਿਲਾ ਨਾਮ ਮੇਰਾ ਉਹ ਸਤਨਾਮ ਦੇਵ ਰੱਖਿਆ ਗਿਆ ਸੀਗਾ, ਹੌਲੀ ਹੌਲੀ ਜਦੋਂ ਮਤਲਬ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਵਸੇ ਤਾਂ ਪੜ੍ਹਾਈ ਔਰ ਪਾਲਣ ਪੋਸ਼ਣ ਜਿਵੇਂ ਜਿਵੇਂ ਮਤਲਬ ਕਿ ਸਾਡਾ ਹੋਇਆ, ਤਾਂ ਇੱਥੇ ਆ ਕੇ ਦਾਖਲੇ ਲਈ ਸਕੂਲ ਦੇ ਵਿੱਚ ਨਾਮ ਜੋ ਹੈ ਬਦਲ ਦਿੱਤਾ ਗਿਆ, ਉਦੋਂ ਹਰਬੰਸ ਨਾਮ ਰੱਖਿਆ ਗਿਆ। ਇਹ ਰਾਣਾ ਜੀ ਗੱਲ ਕਰਦੇ ਹੈਗੇ, ਸਿੱਖੀਜ਼ਮ ਦੇ ਨਾਲ ਜੁੜੀ ਹੋਈ ਕਿਤਾਬ ਹੈਗੀ ਹੈ ਇਹ। ਤੁਸੀਂ ਆਪ ਹਲੇ ਪੱਗ ਨਹੀਂ ਪਾਉਂਦੇ ਹੈਗੇ, ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ, ਕੋਈ ਪਰੇਸ਼ਾਨੀ ਆਈ ਕਿ ਤੁਹਾਨੂੰ ਕੋਈ ਪ੍ਰੋਟੈਸਟ ਦਾ ਕਦੇ ਸਾਹਮਣਾ ਨਹੀਂ ਕਰਨਾ ਪਿਆ ਕਿ ਯਾਰ ਤੂੰ ਸਰਦਾਰ ਨਹੀਂ ਹੈਗਾ, ਤੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਤੂੰ ਜਾਂ ਉਹਨਾਂ ਦੇ ਬਾਰੇ ਤੂੰ ਕਿੱਦਾਂ ਵਿਆਖਿਆ ਕਰ ਸਕਦਾ? ਕੋਈ ਇੱਦਾਂ ਦਾ ਕੋਈ ਹਲੇ ਕੋਈ ਹਾਦਸਾ ਹੋਇਆ? ਫਿਲਹਾਲ ਜਦੋਂ ਮੇਰਾ ਬਚਪਨ ਸੀਗਾ ਅਤੇ ਕਿਤਾਬ ਮੇਰੇ ਸਿੱਖੀ ਸੀਗੀ, ਤਾਂ ਮੇਰੇ ਵਾਲ ਬੜੇ ਲੰਬੇ ਹੁੰਦੇ ਸੀਗੇ, ਪਰ ਲੇਕਿਨ ਕੀ ਸੀਗਾ ਕਿ ਅਸੀਂ ਆਮ ਨਾ ਮਤਲਬ ਕਿ
ਬੱਚਿਆਂ ਦੇ ਨਾਲ ਮਤਲਬ ਕਿ ਖੇਡਦੇ ਰਹਿਣਾ, ਨਹਾਉਣ ਧੋਣ ਦੇ ਵੱਲ ਧਿਆਨ ਘੱਟ ਦੇਣਾ, ਤਾਂ ਮੋਟੀਆਂ ਜੂਆਂ ਪੈ ਜਾਣੀਆਂ। ਇਹ ਸਾਰੇ ਬੱਚਿਆਂ 'ਚ ਹੁੰਦਾ ਹੀ ਹਾਂ, ਤੇ ਉਹ ਨਾ ਸਾਡੀ ਮੰਮੀ ਨੇ ਨਾ ਮਤਲਬ ਕਿ ਵਾਲ ਕਟਾਉਣ ਤੋਂ ਮਨਾ ਕੀਤਾ, ਸਾਡੇ ਡੈਡੀ ਨੇ ਵਾਲ ਕਟਾਤੇ। ਫਿਰ ਉਸ ਤੋਂ ਬਾਅਦ ਫਿਰ ਨਾ ਮਤਲਬ ਕਿ ਹੌਲੀ ਜਿਹੜੇ ਨਾ ਨਹੀਂ, ਅੱਜ ਤੁਸੀਂ ਕਿਤਾਬ ਲਿਖੀ ਹੈ ਸੂਫੀ, ਕੋਈ ਇੱਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਕਿ ਕੋਈ ਬਹੁਤ ਵੱਡਾ ਨਾਮ ਹੈ ਗੁਰੂ ਨਾਨਕ ਦੇਵ ਜੀ, ਕਿਸੇ ਵੱਲੋਂ ਕੋਈ ਇੱਦਾਂ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਹੈ ਹਜੇ ਤੱਕ, ਕੋਈ ਅੱਜ ਤੱਕ? ਨਹੀਂ, ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਹੈ ਕਿ ਮਤਲਬ ਕਿ ਸਿਰ 'ਤੇ ਉਹ ਪਗੜੀ ਬੰਨੇ ਜਾਂ ਮਤਲਬ ਹੈ, ਉਹਦੀ ਆਪਣੇ ਵਿਚਾਰ ਵੀ ਹੋਣੇ ਚਾਹੀਦੇ ਹੈ, ਉਹਦੀ ਆਪਣੀ ਲਗਨ ਵੀ ਹੋਣੀ ਚਾਹੀਦੀ ਹੈ, ਅਤੇ ਆਪਣੇ ਖਿਆਲ ਵੀ ਹੋਣੇ ਚਾਹੀਦੇ, ਉਹਦੀ ਸੋਚ ਵੀ ਹੋਣੀ ਚਾਹੀਦੀ ਆ ਕਿ ਮੈਂ ਪਬਲਿਕ ਦੇ ਨਾਲ, ਕਿਸੇ ਇਨਸਾਨ ਦੇ ਨਾਲ, ਚਾਹੇ ਉਹ ਬੱਚੇ ਦੇ ਨਾਲ, ਚਾਹੇ ਬਜ਼ੁਰਗ ਦੇ ਨਾਲ, ਚਾਹੇ ਨੌਜਵਾਨ ਦੇ ਨਾਲ ਜਦੋਂ ਗੱਲਬਾਤ ਕਰਦੇ ਹਾਂ ਤਾਂ ਵੀ ਉਹਦੇ ਸ਼ਬਦ ਜਿਹੜੇ ਆ ਨਾ ਉਹ ਸੂਫੀਆਨਾ ਹੀ ਹੋਣੇ ਚਾਹੀਦੇ ਆ। ਉਹ ਵਿਚਾਰਾਂ ਤੋਂ ਹੀ, ਸ਼ਬਦਾਂ ਤੋਂ ਹੀ ਪਹਿਚਾਣ ਕੀਤੀ ਜਾਂਦੀ ਹੈ ਕਿ ਇਨਸਾਨ ਜੋ ਹੈ ਉਹ ਕਿਸ ਕੁਆਲਿਟੀ ਦਾ ਹੈ। ਰਾਣਾ ਜੀ, ਆਪਣਾ ਕੀ ਸੁਪਨਾ ਕੀ ਹੈਗਾ ਹੋਰ ਅੱਗੇ? ਕਿਸ ਤਰ੍ਹਾਂ ਦੀ ਕਿਤਾਬਾਂ ਲਿਖਣਾ ਚਾਹੋਗੇ? ਕਿ ਸੂਫੀਆਨਾ ਹੀ ਚੱਲੇਗੀ ਅੱਗੇ, ਕੁਝ ਹੋਰ ਕਹਾਣੀਆਂ ਜਾਂ ਕੁਝ ਇਸ ਤਰ੍ਹਾਂ ਲਿਖੋਗੇ ਅੱਗੇ ਇਨ ਫਿਊਚਰ 'ਚ? ਫਿਊਚਰ ਦੇ ਵਿੱਚ ਮੈਂ ਜ਼ਿਆਦਾਤਰ ਮਤਲਬ ਕਿ ਸੂਫੀਆਨਾ ਨੂੰ ਹੀ ਪਿਆਰ ਕਰਦਾ ਹਾਂ, ਔਰ ਸੂਫੀਆਨਾ ਹੀ ਮੈਂ ਘਰ ਦੇ ਵਿੱਚ ਮਤਲਬ ਕਿ ਮੈਨੂੰ ਸਿੱਖਿਆ ਮਿਲੀ ਹੈ, ਅਤੇ ਉੱਥੋਂ ਹੀ ਮਤਲਬ ਕਿ ਇਹ ਜੋ ਵਿਚਾਰ ਹੈ ਨਾ ਉਹ ਇਹੀ ਲਿਖਣੇ ਆ, ਅਤੇ ਇਹੀ ਇਹਨਾਂ ਦੇ ਵਿੱਚ ਹੀ ਮੈਂ ਡੁੱਬਦਾ ਰਹਿਣਾ, ਅਤੇ ਇੰਨੇ ਖਜ਼ਾਨੇ ਦੇ ਵਿੱਚ ਹੀ ਮੈਂ ਹਮੇਸ਼ਾ ਤਾਰੀਆਂ ਲਾਉਂਦੇ ਰਹਿਣਾ। ਸਿਫਤ ਤੇਰੀ ਪੰਜਾਬੀ ਕਿਤਾਬ ਹੈ, ਸੂਫੀਆਨਾ ਕਿਤਾਬ ਹੈ। ਰਾਣਾ ਜੀ, ਮਾੜਾ ਜਿਹਾ ਕਿਤਾਬ ਦੇ ਬਾਰੇ ਦੱਸੋ ਕਿ ਕਿੱਥੋਂ ਕਿਹਨੇ ਰਿਲੀਜ਼ ਕੀਤੀ ਹੈ, ਅਤੇ ਆਥਰ ਤੁਸੀਂ ਆਪ ਹੀ ਹੈਗੇ ਹੋ, ਅਤੇ ਅੱਜ ਕੀ ਪ੍ਰੋਗਰਾਮ ਕਰ ਰਹੇ ਹੋ ਤੁਸੀਂ, ਉਸ ਬਾਰੇ ਥੋੜ੍ਹੀ ਜਾਣਕਾਰੀ ਦਿਓ। ਕਿਤਾਬ ਇਹ ਆਪਣੇ ਜੋ JS ਖੁਸ਼ਦਿਲ ਸੈਸ਼ਨ ਜੱਜ ਹੈ, ਉਹ ਮੇਰੇ ਮੁੱਖ ਮਹਿਮਾਨ ਹੈ, ਉਹਨਾਂ ਨੇ ਕਿਤਾਬ ਰਿਲੀਜ਼ ਕੀਤੀ ਹੈ। ਉਸ ਤੋਂ ਬਾਅਦ ਖਾਲਸਾ ਕਾਲਜ ਦੇ ਜੋ ਪ੍ਰਿੰਸੀਪਲ ਹੈ ਔਰ ਡਾਕਟਰ ਹਰੀਸ਼ ਕੁਮਾਰੀ ਜੀ, ਉਹਨਾਂ ਨਾਲ ਸੀਗੇ ਉਹ ਮੇਰੇ, ਅਤੇ ਉਸ ਤੋਂ ਬਾਅਦ ਜਿਹੜੇ ਸੇਵੀ ਰਾਇਤ ਦੇ ਆਪਣੇ ਸਿਹਤ ਵਿਗਿਆਨ ਕੇਂਦਰ ਜੋ ਸੰਸਥਾ ਕਮੇਟੀ ਹੈ, ਉਹਨਾਂ ਨੇ ਮਤਲਬ ਕਿ ਇਸ ਕਿਤਾਬ ਨੂੰ ਰਿਲੀਜ਼ ਕਰਨ ਵਾਸਤੇ ਪਹਿਲ ਦਿੱਤੀ ਹੈ। ਤੋ ਇਹਨਾਂ ਦੇ ਸੰਸਥਾ ਦੇ ਪ੍ਰਧਾਨ ਹੈਗੇ ਸੇਵੀ ਰਾਏ ਜੀ, ਔਰ ਪ੍ਰੈਸ ਸੈਕਟਰੀ ਜੋ ਹੈ ਉਹ ਗੁਰਦਰਸ਼ਨ ਮਾਵੀ ਜੀ ਹੈ। ਅਤੇ ਸਰ, ਇਹਦੀ ਪ੍ਰਮੋਸ਼ਨ ਕਿਸ ਜ਼ਰੀਏ ਕਰ ਰਹੇ ਹੈਗੇ ਹੋ ਤੁਸੀਂ? ਕਿਤਾਬ ਦੀ ਪ੍ਰਮੋਸ਼ਨ ਕੀ ਹਾਲੇ ਤੱਕ ਇੱਥੇ ਤੱਕ ਕੀ ਹੈ, ਜਾਂ ਕਿੱਥੇ ਦਓਗੇ ਅੱਗੇ ਇਨ ਫਿਊਚਰ 'ਚ? ਜਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਬਹੁਤ ਟਰੈਂਡ ਹੈਗਾ, ਆਪਾਂ ਉਸ ਦਾ ਸਹਾਰਾ ਲਵਾਂਗੇ, ਇਹਨੂੰ ਪ੍ਰਮੋਟ ਕਿੱਦਾਂ ਕਰੋਗੇ ਆਪਣੀ ਬੁੱਕ ਨੂੰ? ਜ਼ਿਆਦਾਤਰ ਤਾਂ ਮੈਂ ਆਪ ਵੀ ਖੁਦ ਚੈਨਲ ਦੇ ਵਿੱਚ ਹਾਂ ਕਿ 24/7 ਮੋਹਾਲੀ ਨਿਊਜ਼ ਚੈਨਲ ਵਿੱਚ ਬਿਊਰੋ ਚੀਫ ਹੈ, ਔਰ ਮੇਰੇ ਆਪਣੇ ਵੀ ਪੱਤਰਕਾਰ ਆਪਣੇ ਪੰਜਾਬ ਦੇ ਵਿੱਚ ਹੈ 5-7 ਡਿਸਟ੍ਰਿਕਟ ਜ਼ਿਲ੍ਹਿਆਂ ਦੇ ਵਿੱਚ। ਲੇਕਿਨ ਜਦ ਤੱਕ ਸਾਡੀ ਪ੍ਰੈਸ ਦੇ ਵਿੱਚ, ਚੈਨਲ ਦੇ ਵਿੱਚ, ਅਖਬਾਰਾਂ ਦੇ ਵਿੱਚ ਕੋਈ ਵੀ ਜਦ ਤੱਕ ਮਤਲਬ ਕਿ ਉਹਦੀ ਐਡ ਨਹੀਂ ਹੁੰਦੀ ਤਾਂ ਪਬਲਿਕ ਨੂੰ ਕੋਈ ਵੀ ਪਤਾ ਨਹੀਂ ਲੱਗਦਾ ਕਿ ਇਹ ਲੇਖਕ ਹੈ ਜਾਂ ਇਸ ਕਿਤਾਬ ਦੇ ਵਿੱਚ ਕੀ ਲਿਖਿਆ ਹੈ, ਸਿਫਤ ਤੇਰੀ ਸਾਨੂੰ ਕਹਿਣਾ ਕੀ ਚਾਹੁੰਦੀ ਹੈ। ਤਾਂ ਉਹ ਜਦੋਂ ਅਸੀਂ ਇਹਦੇ ਵਿੱਚ ਡਿਟੇਲ ਦੇਖਾਂਗੇ, ਪ੍ਰੈਸ ਵਾਲੇ, ਚੈਨਲ ਵਾਲੇ ਸਾਨੂੰ ਥੋੜ੍ਹਾ ਜਿਹਾ ਅੱਗੇ ਵੇਰਵਾ ਦੇਣਗੇ, ਤਾਂ ਫਿਰ ਹੀ ਉਹ ਇੱਕ ਸਰੋਤਾ, ਦਰਸ਼ਕ, ਪਾਠਕ ਤਾਂ ਹੀ ਇਹਨੂੰ ਜਾਣ ਸਕੇਗਾ ਕਿ ਕਿਤਾਬ ਬਾਰੇ ਕੀ ਹੈ। ਫਿਲਹਾਲ ਕਿੰਨੀਆਂ ਕਿਤਾਬਾਂ ਛਾਪੀਆਂ ਨੇ ਸਰ ਇਸ ਵੇਲੇ? ਕਿੰਨੀ ਕੁ ਅਵੇਲੇਬਲ ਹੈ ਆਪਣੇ ਕੋਲ ਛਾਪੀਆਂ? ਇਹ ਪਲੇਠੀ ਕਿਤਾਬ ਤਾਂ ਮੇਰੀ ਪਹਿਲੀ ਇੱਕੋ ਹੀ ਆ, ਲੇਕਿਨ ਕਾਵਿ ਸੰਗ੍ਰਹਿ ਜਿਹੜੇ ਉਹ ਮੇਰੇ 11-12 ਛਪ ਚੁੱਕੇ ਨੇ ਪਹਿਲੇ ਵੀ। ਅਤੇ ਜੇ ਇਨ ਫਿਊਚਰ ਇਹਦੀ ਡਿਮਾਂਡ ਵੱਧਦੀ ਹੈ ਤਾਂ ਆਪਾਂ ਹੋਰ ਅੱਗੇ ਛਪਾਂਗੇ? ਹਾਂ, ਜਦੋਂ ਮਤਲਬ ਕਿ ਮੈਂ ਰਾਜਸਥਾਨ ਗਿਆ ਸੀਗਾ ਤਾਂ ਉੱਥੇ ਪੰਜਾਬੀ ਬਹੁਤ ਘੱਟ ਹੈ, ਲੇਕਿਨ ਉਹਨਾਂ ਨੇ ਇੰਨੀ ਮਹਾਨਤਾ ਨਹੀਂ ਦਿੱਤੀ। ਲੇਕਿਨ ਜੋ ਕਿ ਸਾਡੇ ਪੰਜਾਬ ਦੇ ਵਿੱਚ ਹੈ ਕਿ ਪੰਜਾਬੀ ਚੱਲਦੀ ਹੈ, ਪੰਜਾਬੀ ਨੂੰ ਜ਼ਿਆਦਾ ਸੇਵਾਦਾਰ ਪੰਜਾਬੀ ਦੇ ਹੀ ਹੈ, ਅਤੇ ਪੰਜਾਬੀ ਦਾ ਹੀ ਮਾਣ ਆ, ਅਤੇ ਪੰਜਾਬੀ ਦੇ ਪੁੱਤਰ ਹੈ, ਅਤੇ ਅਸੀਂ ਪੰਜਾਬੀ ਦੇ ਹੀ ਪ੍ਰਚਾਰਕ ਬਣ ਕੇ ਅੱਗੇ ਪੰਜਾਬੀ ਮਾਂ ਬੋਲੀ ਦੇ ਕਿਤਾਬਾਂ ਨੂੰ ਅੱਗੇ ਪਹਿਲ ਦੇ ਰਹੇ ਹਾਂ, ਤਾਂ ਜੋ ਕਿ ਹਰ ਇੱਕ ਨੌਜਵਾਨ ਪੀੜ੍ਹੀ ਜਿਹੜੀ ਹੈ, ਨਵੀਂ ਪੀੜ੍ਹੀ ਹੈ, ਉਹ ਕਿਤਾਬਾਂ ਦਾ ਝਟਕਾ ਉਹਨਾਂ ਨੂੰ ਲੱਗ ਸਕੇ ਔਰ ਨਸ਼ਿਆਂ ਵੱਲ ਨਾ ਜਾ ਸਕੇ ਔਰ ਅੰਧ ਵਿਸ਼ਵਾਸ ਵੱਲ ਨਾ ਉਹ ਡੁੱਬ ਸਕਣ। ਇਹ ਸਾਡੇ ਨਾਲ ਇਸ ਵੇਲੇ ਇੱਕ ਮੈਮ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ, ਪਹਿਲੇ ਆਪਣਾ ਨਾਮ ਦੱਸਿਓ। ਮੇਰਾ ਨਾਮ ਹੈ ਪ੍ਰੀਤ ਕੌਰ ਮਾਨ, NRI ਹਿਊਮਨ ਰਾਈਟ ਚੇਅਰਪਰਸਨ, ਚੰਡੀਗੜ੍ਹ। ਅਤੇ ਮੈਮ, ਅੱਜ ਤੁਸੀਂ ਰਾਣਾ ਜੀ ਨੂੰ ਸਪੋਰਟ ਕਰਨ ਆਏ ਹੋ, ਪ੍ਰਮੋਟ ਕਰਨ ਆਏ ਹੋ, ਕੀ ਕਰਨਾ ਮੈਨੂੰ ਉਸ ਬਾਰੇ ਦੱਸੋ। ਮੈਂ ਪਹਿਲਾਂ ਤਾਂ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੀ ਹਾਂ ਕਿ ਜਿਹੜੇ ਰਾਣਾ ਜੀ ਨੂੰ ਮੈਂ ਅੱਜ ਤੋਂ ਪਹਿਲਾਂ ਜਾਣਦੀ ਸੀ, ਅੱਜ ਮੈਂ ਉਹਨੂੰ ਪਹਿਚਾਣਦੀ ਹਾਂ, ਕਿਉਂਕਿ ਇਹ ਜਿਹੜੀ ਇਹਨਾਂ ਨੇ ਬੁੱਕ ਕੱਢੀ ਆ, ਕਿਤਾਬ ਕੱਢੀ ਆ, ਜਿਹੜੀ ਧਰਤੀ ਨੂੰ ਇਹ ਬਿਲੋਂਗ ਕਰਦੇ ਆ, ਸ਼ਾਇਦ ਅਸੀਂ ਉੱਥੇ ਨਹੀਂ ਜਾ ਸਕਦੇ, ਹਰ ਕੋਈ ਬੱਚਾ ਨਹੀਂ ਜਾ ਸਕਦਾ। ਜਿਵੇਂ ਹੁਣੇ ਤੁਸੀਂ ਗੱਲ ਕੀਤੀ ਸੀ ਕਿ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ, ਕਿ ਇਸ ਤਰ੍ਹਾਂ ਦੀਆਂ ਕਿਤਾਬਾਂ ਜਦੋਂ ਬੱਚੇ ਥੋੜ੍ਹੇ ਤੋਂ ਥੋੜ੍ਹਾ ਸਮਾਂ ਕੱਢ ਕੇ ਪੜ੍ਹਦੇ ਨੇ ਤਾਂ ਉਹਨਾਂ ਦਾ ਧਿਆਨ ਇਹ ਜਿਹੜੀਆਂ ਅੱਜ ਦੀਆਂ ਗੇਮਾਂ ਵਗੈਰਾ ਉਹਨਾਂ ਤੋਂ ਹਟ ਕੇ ਇੱਧਰਲੇ ਪਾਸੇ ਨੂੰ ਜਾਂਦਾ, ਆਪਣੇ ਕਲਚਰ ਨਾਲ ਵੀ ਬੱਚਾ ਜੁੜਦਾ ਹੈ, ਆਪਣੇ ਕਲਚਰ ਨਾਲ ਜੁੜਦਾ ਹੈ ਨਾ, ਅਤੇ ਇਹ ਬਹੁਤ ਅੱਛੀ ਗੱਲ ਹੈ ਜੀ। ਪਰ ਮੈਂ ਇਹ ਚਾਹੁੰਦੀ ਹਾਂ ਕਿ ਅੱਜ ਇਹਨਾਂ ਨੇ ਇੱਕ ਕਿਤਾਬ ਕੱਢੀ ਆ, ਭਗਵਾਨ ਇਹਨਾਂ ਨੂੰ
ਦਿਨ ਦੂਣਾ ਰਾਤ ਚੌਗਣੀ ਤਰੱਕੀ ਬਖਸ਼ੇ। ਬਸ ਮੈਂ ਤਾਂ ਇਹੀ ਕਹੂੰਗੀ, ਹੋਰ ਸੱਚੇ ਪਾਤਸ਼ਾਹ ਇਹਨੂੰ ਤੰਦਰੁਸਤੀ ਦੇਵੇ, ਮੁਬਾਰਕਬਾਦ ਦੇਵੇ। ਵੱਡਿਆਂ ਦੀ ਬਲੇਸਿੰਗਸ ਹੈ ਰਾਣਾ ਜੀ ਦੇ ਉੱਤੇ, ਵੱਡਿਆਂ ਦਾ ਆਸ਼ੀਰਵਾਦ ਹੈ। ਤੇ ਆਪਾਂ ਸਾਨਾ ਭਾਈ ਸਾਹਿਬ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਤਪਾਲ ਲਖੋਤਰਾ ਜੀ। ਅੱਛਾ ਲਖੋਤਰਾ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਰਾਣਾ ਜੀ ਦੀ ਕਿਤਾਬ ਰਿਲੀਜ਼ ਹੋਈ ਹੈ, ਇੱਕ ਬੜਾ ਸੂਫੀਆਨਾ ਅੰਦਾਜ਼ ਦੇ ਵਿੱਚ ਕਿਤਾਬ ਰਿਲੀਜ਼ ਕੀਤੀ ਹੈ, ਸੂਫੀਆਨਾ ਹੈਗੀ ਹੈ, ਕੀ ਕਹੋਗੇ ਇਸ ਬਾਰੇ ਸਰ ਤੁਸੀਂ? ਮੈਂ ਤੇ ਇਹ ਕਹਾਂਗਾ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਕਰਨ ਮੇਰਾ ਵੀਰ ਸਾਰਾ। ਤੇ ਬਹੁਤ ਵਧੀਆ ਇਹਨਾਂ ਨੇ ਕਿਤਾਬ ਲਿਖੀ ਹੋਈ ਹੈ, ਉਹਦੇ ਵਿੱਚ ਰਚਨਾਵਾਂ ਬਹੁਤ ਅੱਛੀਆਂ ਨੇ, ਔਰ ਸਾਰਾ ਕੁਝ ਇਕੱਠਾ ਕਰਕੇ ਉਹਨਾਂ ਨੇ ਕਿਤਾਬ ਦੇ ਵਿੱਚ ਜਿਹੜਾ ਕਿ ਸਾਨੂੰ ਰਚਨਾਵਾਂ ਦੇ ਰਾਹੀਂ ਦਿੱਤਾ ਹੈ। ਔਰ ਮੈਂ ਫਿਊਚਰ ਵੀ ਫਿਰ ਡਟ ਕੇ ਸਪੋਰਟ ਰਹੂੰਗੀ ਰਾਣਾ ਜੀ ਨਾਲ? ਸਪੋਰਟ ਪੂਰੀ ਹੈ ਜੀ। ਔਰ ਮੈਂ ਰਾਈਟਰ, ਮੈਂ ਖੁਦ ਵੀ ਰਾਈਟਰ ਆਇਆ। ਉਹਨੂੰ ਰਚਨਾ ਮੈਂ ਹੁਣ ਆਪਣੀ ਗਾਈ ਹੋਈ ਅੰਦਰ ਗਾਈ ਸੀਗੀ। ਫਿਰ ਤੇ ਕੰਪੀਟੀਸ਼ਨ ਹੋ ਗਿਆ ਹੁਣ। ਤੇ ਰਚਨਾਵਾਂ ਮੈਂ ਬਜ਼ੁਰਗਾਂ ਨਾਲ ਹੀ ਮੈਸੇਜ ਦਿੱਤਾ ਜੀ, ਬੱਚਿਆਂ ਨੂੰ, ਅੱਜ ਦੀ ਜਨਰੇਸ਼ਨ ਨੂੰ, ਬੂਟੇ ਅਤੇ ਬਜ਼ੁਰਗਾਂ ਦੀ ਉਹ ਸੇਵਾ ਕਰੀਏ, ਰੱਬ ਤੋਂ ਪਹਿਲਾਂ ਮਾਂ-ਬਾਪ ਨੂੰ ਚੇਤੇ ਕਰੀਏ। ਧੀਆਂ ਪੁੱਤਰ ਖਾਤਰ ਜਿਨ੍ਹਾਂ ਦੁੱਖ ਉਠਾਏ ਨੇ, ਤੱਤੀ ਵਾਹ ਨਾਲ ਲੱਗੇ ਹਮਨ ਤੇ ਪਾਠ ਕਰਾਏ ਨੇ। ਖੁਸ਼ੀਆਂ ਦੇ ਨਾਲ ਸਦਾ ਇਹਨਾਂ ਦੀਆਂ ਝੋਲੀਆਂ ਭਰੀਏ, ਰੱਬ ਤੋਂ ਪਹਿਲਾਂ ਮਾਂ-ਬਾਪ ਨੂੰ ਚੇਤੇ ਕਰੀਏ। ਸਰਵਣ ਵਰਗੇ ਪੁੱਤ ਜਿਨ੍ਹਾਂ ਨੇ ਸੇਵਾ ਕਮਾਈ ਏ, ਧੁਰ ਦਰਗਾਹੀ ਉਹਨਾਂ ਆਪਣੀ ਜਗ੍ਹਾ ਬਣਾਈ ਏ। ਸਰਵਣ ਵਾਂਗੂ ਮਹਿੰਗੀ ਨੂੰ ਮੋਢੇ ਤੇ ਧਰੀਏ, ਰੱਬ ਤੋਂ ਪਹਿਲਾਂ ਮਾਂ-ਬਾਪ ਨੂੰ ਚੇਤੇ ਕਰੀਏ। ਬੋੜਾਂ ਜਿਹੇ ਮਾਪਿਆਂ ਦੀ ਸਾਨੂੰ ਸ਼ਾਨ ਨਹੀਂ ਲੱਭਣੀ, ਲਾਡ ਲਡਾਉਣ ਵਾਲੀ ਸੱਤ ਪਲ ਮਾਂ ਨਹੀਂ ਲੱਭਣੀ। ਸੇਵਾ ਕਰ ਮਾਂ-ਬਾਪ ਦੀ, ਭਵ ਸਾਗਰ ਤਰੀਏ, ਰੱਬ ਤੋਂ ਪਹਿਲਾਂ ਮਾਂ-ਬਾਪ ਨੂੰ ਚੇਤੇ ਕਰੀਏ। ਤੋ ਇਦਾਂ ਦੀਆਂ ਰਚਨਾਵਾਂ ਮੈਂ ਕਾਫੀ ਕਿਤਾਬਾਂ ਦੇ ਵਿੱਚ। ਆਪਾਂ 1 ਮਿੰਟ ਰੋਕਦੇ ਹਾਂ। ਰਾਣਾ ਜੀ ਬੜੀ ਵਧੀਆ ਗੱਲ ਬੋਲੀ ਹੈਗੀ, ਹੁਣ ਤੁਸੀਂ ਆਪ ਦੀ ਕਿਤਾਬ ਦੇ ਵਿੱਚੋਂ ਕੁਝ ਸ਼ਬਦ ਦੱਸੋ। ਮੈਂ ਕੰਪੀਟੀਸ਼ਨ ਨਹੀਂ ਕਰ ਰਿਹਾ, ਪਰ ਇਹੋ ਜਿਹਾ ਹੋਣਾ ਚਾਹੀਦਾ ਕਿ ਇਹੋ ਜਿਹਾ ਵਿਚਾਰ ਪਤਾ ਹੋਣਾ ਲੱਗੇ। ਚਾਹੀਦਾ। ਬਿਲਕੁਲ। देखो कि मेरे जिन्ने भी शब्द है वो सारे सूफीयाना है, तो सूफी ही विचार है, तो सूफी ही सोच है, तो सूफी ही मैं गलबात करता। तो रही कि मैं इन्हां नाल भी और जो मैडम है इन्हां दा भी स्वागत करता है कि अपने कीमती समय दे विचों मतलब कि मैनूं इत्थे समां देण आया, तो मैं रूबरू और बाबे नानक दी कृपा दे नाल मैं इन्हां दा प्यार सत्कार पा रहा तो शुक्रगुजार है। ਕੁਝ ਆਪਣੀ ਬੁੱਕ ਦੇ ਵਿੱਚੋਂ ਕੁਝ ਲਾਈਨਸ ਬਿਊਟੀਫੁਲ ਜਿਹੜੀ ਤੁਹਾਨੂੰ ਬਹੁਤ ਵਧੀਆ ਹੈ, ਤੇ ਸੂਫੀਆਨਾ ਸਭ ਵਧੀਆ ਹੋ, ਪਰ ਕੋਈ ਇੱਕ ਦਿਲ ਨੂੰ ਛੂ ਜਾਂਦੀ ਹੈ ਹੁੰਦੀ ਹੈ, ਕੋਈ ਨਾ ਕੋਈ ਹਾਂ। ਜ਼ੁਬਾਨ ਤੇ ਚੜੀ ਹੁੰਦੀ ਹੈ ਜਿਵੇਂ। ਸੁਣ ਮਿਹਰਾਂ ਵਾਲੇ ਪਾਲਣਹਾਰ, ਸੁੱਖਾਂ ਦੀ ਸਭ ਨੂੰ ਦਾਤ ਬਖਸ਼ ਦੇ, ਰਹੇ ਹੱਸਦੇ ਵਸਦੇ ਬਖਸ਼ਣਹਾਰ, ਨੇਕੀ ਦੀ ਜਗ ਨੂੰ ਸੁਗਾਤ ਬਖਸ਼ ਦੇ। ਸੁਣ ਮਿਹਰਾਂ ਵਾਲੇ ਪਾਲਣਹਾਰ, ਸੁੱਖਾਂ ਦੀ ਸਭ ਨੂੰ ਦਾਤ ਬਖਸ਼ ਦੇ। ਕੀ ਮੈਸੇਜ ਦੋਗੇ ਕਿ ਇੱਕ ਕਿਤਾਬ ਪੜ੍ਹੋ ਜਾਂ ਇੰਟਰਨੈਟ ਨੂੰ ਤਵੱਜੋ ਦਿਓ? ਤੁਸੀਂ ਇੱਕ ਬੱਚਿਆਂ ਨੂੰ, ਇੱਕ ਆਉਣ ਵਾਲੀ ਪੀੜ੍ਹੀ ਨੂੰ, ਇੱਕ ਬਜ਼ੁਰਗਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹਮੇਸ਼ਾ ਮੈਂ ਤਾਂ ਇਹ ਸੋਚਦਾ ਕਿ ਜਿਹੜਾ ਸੂਫੀਆਨਾ ਕਿਤਾਬ ਹੈ, ਜਿਸ ਤਰ੍ਹਾਂ ਬਾਣੀ ਨੂੰ ਅਸੀਂ ਪੜ੍ਹਦੇ ਹਾਂ, ਬਾਣੀ ਨੂੰ ਅੰਤਰ ਧਿਆਨ ਕਰਦੇ ਹਾਂ, ਇਸੇ ਤਰ੍ਹਾਂ ਸੂਫੀਆਨਾ ਸ਼ਬਦਾਂ ਨੂੰ ਸਾਨੂੰ ਲੈਣਾ ਚਾਹੀਦਾ। ਔਰ ਸੂਫੀਆਨਾ ਸ਼ਬਦ ਦੇ ਨਾਲ ਬੰਦਾ ਜੋ ਹੈ ਉਹ ਬਿਲਕੁਲ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਕਰਦਾ ਹੈ ਤੇ ਧਾਰਮਿਕ ਬਣਦਾ ਹੈ। ਜਦ ਤੱਕ ਉਹ ਸੂਫੀਆਨਾ ਨੂੰ ਅਮਲ ਨਹੀਂ ਕਰਦਾ, ਤਦ ਤੱਕ ਉਹ ਕਦੇ ਵੀ ਧਾਰਮਿਕ ਨਹੀਂ ਬਣ ਸਕਦਾ। ਇਸ ਕਰਕੇ ਇਹ ਕਿਤਾਬ ਨੂੰ ਸੂਫੀਆਨਾ ਸਮਝ ਕੇ ਜ਼ਰੂਰ ਪੜ੍ਹਨਾ ਚਾਹੀਦਾ ਹੈ ਤੇ ਚੇਟਕਾ ਲਾਉਣਾ ਚਾਹੀਦਾ। ਸੂਫੀਆਨਾ ਕੋਈ ਵੀ ਰੂਹਾਨੀਅਤ ਹੈ, ਸੂਫੀਆਨਾ ਹੈ, ਉਹ ਕਿਤਾਬਾਂ ਦਾ ਚੇਟਕਾ ਲਾਉਣਾ ਚਾਹੀਦਾ ਤਾਂ ਜੋ ਕਿ ਉਹ ਅਮਲ ਕਰ ਸਕੇ। ਸੋ ਇਹ ਸਨ ਸਾਡੇ ਨਾਲ ਸਿਫਤ ਤੇਰੀ ਦੇ ਆਥਰ ਹਰਬੰਸ ਰਾਣਾ ਜੀ, ਜਿਨ੍ਹਾਂ ਦਾ ਮੇਨ ਮੋਟੋ ਜਾਂ ਮੇਨ ਉਹਨਾਂ ਦਾ ਉਦੇਸ਼ ਹੈਗਾ ਕਿ ਇਨ ਫਿਊਚਰ ਵੀ ਉਹ ਆਪਣੀ ਜਿਹੜੀ ਰੂਹਾਨੀ ਜਾਂ ਸੂਫੀਆਨਾ ਕਿਤਾਬਾਂ ਲਿਖਣਗੇ। ਤੇ ਆਪਾਂ ਵੀ ਆਪਣੇ ਚੈਨਲ ਦੇ ਰਾਹੀਂ ਇਹ ਲੋਕਾਂ ਨੂੰ, ਬੱਚਿਆਂ ਨੂੰ, ਆਉਣ ਵਾਲੇ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਜਾਂ ਜਿਹੜੀ ਯੰਗ ਜਨਰੇਸ਼ਨ, ਉਹਨੂੰ ਅਪੀਲ ਕਰਦੇ ਹਾਂ ਕਿ ਇੱਕ ਵਾਰ ਜ਼ਰੂਰ ਕਿਤਾਬ ਪੜ੍ਹੋ, ਤਾਂ ਕਿ ਤੁਹਾਨੂੰ ਆਪਦੇ ਕਲਚਰ ਬਾਰੇ, ਆਪਦੇ ਪੰਜਾਬ ਦੀ ਹਿਸਟਰੀ ਬਾਰੇ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਜਾਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇੱਕ ਉਂਗਲ ਦਾ ਇਸ਼ਾਰਾ ਉਹ ਕੀ ਦੱਸਦਾ ਹੈਗਾ, ਉਸ ਬਾਰੇ ਜਾਣਕਾਰੀ ਲਓ। ਕੈਮਰਾਮੈਨ ਰਾਜ ਥਾਪਰ ਦੇ ਨਾਲ ਰਿਤਿਸ਼ ਕੁਮਾਰ, ਮੋਹਾਲੀ।